ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਘੱਟ ਹੋਇਆ ਫਾਈਲਾਂ ਦਾ ਬੈਕਲੌਗ, ਲੋਕਾਂ ਨੇ ਵੀ ਲਿਆ ਸੁੱਖ ਦਾ ਸਾਹ। ਖਾਲੀ ਨੌਕਰੀਆਂ ਦਾ ਅੰਕੜਾ ਹੋਇਆ ਵੱਧ, 1 ਮਿਲੀਅਨ ਤੋਂ ਵੱਧ ਨੌਕਰੀਆਂ ਪਈਆਂ ਨੇ ਖਾਲੀ। ਪੰਜਾਬੀ ਮੂਲ ਦੀ ਲੜਕੀ ਦਾ ਚਾਕੂ ਮਾਰ ਕੇ ਕਤਲ, ਪਤੀ ਨੇ ਹੀ ਕੀਤਾ ਪਤਨੀ ਤੇ ਵਾਰ। ਕਤਲ ਦੇ ਮਾਮਲੇ ਵਿੱਚ ਪੰਜਾਬੀ ਗ੍ਰਿਫਤਾਰ, ਅਗਸਤ ਮਹੀਨੇ ਤੋਂ ਪੁਲਿਸ ਨੂੰ ਸੀ ਭਾਲ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹੁਣ ਕਾਫੀ ਲੋਕ ਖੁਸ਼ ਵੀ ਦਿਖਾਈ ਦੇ ਰਹੇ ਨੇ। ਫਾਈਲਾਂ ਦਾ ਬੈਕਲੌਗ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਪਹਿਲਾਂ IRCC ਜਦੋਂ ਜਾਣਕਾਰੀ ਦੇ ਰਹੀ ਸੀ ਤਾਂ ਉਹਨਾਂ ਵੱਲੋਂ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਸੀ ਕਿ ਫਾਈਲਾਂ ਦਾ ਬੈਕਲੌਗ ਵਧ ਰਿਹਾ ਹੈ, ਪਰ ਹੁਣ ਇੱਕ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੀਆਂ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ ਤੇ ਪਹਿਲਾਂ ਦੇ ਮੁਕਾਬਲੇ ਬੈਕਲੌਗ ਘੱਟ ਹੋਇਆ ਹੈ। ਇਸ ਤੋਂ ਇਲਾਵਾ ਸਪਾਊਸ ਵੀਜ਼ਾ, TR to PR ਪ੍ਰੋਗਰਾਮ ਤੇ तमाम ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਦੱਸਿਆ ਗਿਆ ਕਿ ਕਿੰਨੀਆਂ ਫਾਈਲਾਂ ਅਜੇ ਪ੍ਰੋਸੈਸਿੰਗ ਅਧੀਨ ਹਨ। ਇਮੀਗ੍ਰੇਸ਼ਨ ਦੇ ਬੈਕਲੌਗ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕਮੀ ਆਈ ਹੈ। ਜੀ ਹਾਂ, ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਫਾਈਲਾਂ ਦਾ ਬੈਕਲੌਗ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ, ਜੋ ਕਿ ਹੁਣ 2.6 ਮਿਲੀਅਨ ਦਾ ਅੰਕੜਾ ਦੱਸਿਆ ਜਾ ਰਿਹਾ ਹੈ। ਅਜਿਹਾ ਜੁਲਾਈ 2021 ਤੋਂ ਬਾਅਦ ਹੁਣ ਪਹਿਲੀ ਵਾਰ ਵੇਖਣ ਨੂੰ ਆਇਆ ਜਦੋਂ ਫਾਈਲਾਂ ਦਾ ਬੈਕਲੌਗ ਘੱਟ ਹੋਇਆ ਹੋਵੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਤਾਜ਼ਾ ਰਿਪੋਰਟ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਨਵੈਂਟਰੀ ਵਿੱਚ ਅਜੇ ਕਿੰਨੀਆਂ ਫਾਈਲਾਂ ਬਣੀਆਂ ਨੇ। ਅਲੱਗ-ਅਲੱਗ ਕੈਟੇਗਰੀਜ਼ ਦੇ ਨਾਲ ਉਹਨਾਂ ਵੱਲੋਂ ਜਾਣੂ ਕਰਵਾਇਆ ਗਿਆ ਤੇ ਨਾਲ ਹੀ ਦੱਸਿਆ ਹੈ ਕਿ ਕਿਸ ਵੇਲੇ ਉਹਨਾਂ ਕੋਲ ਕਿੰਨਾ ਫਾਈਲਾਂ ਦਾ ਬੈਕਲੌਗ ਸੀ। 31 ਅਗਸਤ ਸਾਲ 2022 ਤੱਕ ਜੋ ਅੰਕੜਾ ਜਾਰੀ ਕੀਤਾ ਗਿਆ, ਉੱਥੇ 25,83,887 ਲੋਕਾਂ ਦੀਆਂ ਫਾਈਲਾਂ ਦੇ ਉੱਪਰ ਫੈਸਲਾ ਆਉਣਾ ਬਾਕੀ ਸੀ। 15 ਜੁਲਾਈ 2022 ਵਾਸਤੇ ਇਹ ਅੰਕੜਾ 26,79,031 ਦੱਸਿਆ ਗਿਆ। ਜੂਨ ਪਹਿਲੀ 2022 ਦੇ ਵਿੱਚ ਇਹ ਅੰਕੜਾ 23 ਲੱਖ ਤੋਂ ਪਾਰ। 30 ਅਪ੍ਰੈਲ ਦੌਰਾਨ 21 ਲੱਖ ਤੋਂ ਵੱਧ, ਅਪ੍ਰੈਲ 11 ਦੌਰਾਨ 20 ਲੱਖ ਤੋਂ ਵੱਧ, 15 ਮਾਰਚ ਦੌਰਾਨ 18 ਲੱਖ ਤੋਂ ਵੱਧ, 1 ਫਰਵਰੀ ਸਾਲ 2022 ਦੌਰਾਨ 18 ਲੱਖ ਤੋਂ ਵੱਧ, 15 ਦਸੰਬਰ 2021 ਦੌਰਾਨ 18,13,144, 27 ਅਕਤੂਬਰ 2021 ਦੌਰਾਨ 17,92,404, 6 ਜੁਲਾਈ 2021 ਦੌਰਾਨ 14,47,474 ਲੋਕ ਆਪਣੀਆਂ ਫਾਈਲਾਂ ਦੇ ਉੱਪਰ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਇਸ ਤੋਂ ਇਲਾਵਾ ਜਾਣਕਾਰੀ ਦਿੱਤੀ ਗਈ ਹੈ ਕਿ 31 ਅਗਸਤ ਸਾਲ 2022 ਦੌਰਾਨ PR ਦੀਆਂ 5,13,923, TR ਦੀਆਂ 16,98,284, ਸਿਟੀਜ਼ਨਸ਼ਿਪ ਦੀਆਂ 3,71,620 ਫਾਈਲਾਂ ਦੇ ਉੱਪਰ ਅਜੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿਟੀਜ਼ਨਸ਼ਿਪ ਇਨਵੈਂਟਰੀ ਦੇ ਵਿੱਚ 1 ਸਤੰਬਰ ਦੌਰਾਨ ਫਾਈਲਾਂ ਦਾ ਅੰਕੜਾ 3,71,620 ਦੱਸਿਆ ਗਿਆ ਤੇ 15 ਜੁਲਾਈ ਦੌਰਾਨ ਇਹ ਅੰਕੜਾ 44,04,792 ਸੀ। PR ਦੀਆਂ ਫਾਈਲਾਂ ਦੇ ਵਿੱਚ ਜੋ ਪਹਿਲਾ ਅੰਕੜਾ 5,14,116 ਸੀ, ਹੁਣ ਉਹ 5,13,923 ਦੇ ਉੱਪਰ ਪਹੁੰਚ ਗਿਆ। ਇਸ ਤੋਂ ਇਲਾਵਾ PNP ਦੀਆਂ ਵੀ ਕਈ ਫਾਈਲਾਂ ਦੇ ਉੱਪਰ ਅਜੇ ਫੈਸਲਾ ਆਉਣਾ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ 40,180 ਫਾਈਲਾਂ ਅਜੇ ਫੈਸਲੇ ਦਾ ਇੰਤਜ਼ਾਰ ਕਰ ਰਹੀਆਂ ਨੇ। ਫੈਮਿਲੀ ਕਲਾਸ ਇਨਵੈਂਟਰੀ ਦੇ ਵਿੱਚ ਵੀ ਵਾਧਾ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਦੱਸਿਆ ਜਾ ਰਿਹਾ ਹੈ। ਜੁਲਾਈ ਦੇ ਵਿੱਚ ਅੰਕੜਾ 1,18,251 ਦਾ ਸੀ, ਜੋ ਕਿ 1,25,746 ਦੱਸਿਆ ਜਾ ਰਿਹਾ ਹੈ। ਸਪਾਊਸ ਵੀਜ਼ਾ ਵਾਲੀਆਂ 61,073 ਫਾਈਲਾਂ ਦੇ ਉੱਪਰ ਅਜੇ ਫੈਸਲਾ ਆਉਣਾ ਬਾਕੀ ਹੈ। ਪੈਰੈਂਟਸ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੇ ਵਾਸਤੇ ਇਹ ਅੰਕੜਾ 53,029 ਦਾ ਦੱਸਿਆ ਜਾ ਰਿਹਾ ਹੈ। IRCC ਵੱਲੋਂ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਇਸ ਬੈਕਲੌਗ ਨੂੰ ਨਿਪਟਾ ਲਿਆ ਜਾਵੇ, ਜਿਸ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਹੁਣ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਾਂ ਕਿ ਕਿਹੜੀਆਂ ਫਾਈਲਾਂ ਕਿਹੜੀ ਕੈਟੇਗਰੀ ਦੇ ਵਿੱਚ ਅਜੇ ਪ੍ਰੋਸੈਸਿੰਗ ਅਧੀਨ ਹਨ। ਇਕਨੋਮਿਕ ਕਲਾਸ 2,06,688, ਫੈਮਿਲੀ ਕਲਾਸ 1,25,746, ਹਿਊਮੈਨਿਟੇਰੀਅਨ ਕਲਾਸ 29,224, ਪਰਮਿਟ ਹੋਲਡਰ ਕਲਾਸ 16, ਪ੍ਰੋਟੈਕਟਡ ਪਰਸਨਸ ਕਲਾਸ 1,52,249, ਐਗਰੀ ਫੂਡ ਪਾਇਲਟ ਪ੍ਰੋਗਰਾਮ 866, ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 1,528, ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ 210, कैनेडियन एक्सपीरियंस क्लास 5,214, कैनेडियन एक्सपीरियंस क्लास 118, केयरिंग फॉर चिल्ड्रन प्रोग्राम 29,179, फेडरल इन्वेस्टर 4, फेडरल सेल्फ एम्प्लॉयड 4,022, फेडरल स्किल्ड वर्कर 120, स्किल्ड वर्कर 11,000 ਤੋਂ ਵੱਧ, फेडरल स्किल्ड वर्कर 23, हाई मेडिकल नीड्स प्रोग्राम 4, लिव इन केयर गिवर प्रोग्राम 832,
प्रोविंशियल टेरिटरी नॉमिनी 22,998, क्यूबिक एंटरप्रेन्योर 259, क्यूबिक इन्वेस्टर 10,727, क्यूबिक सेल्फ एम्प्लॉयड 82, क्यूबिक स्किल्ड वर्कर 23,559, टीआर2 पीआर 50,721, फेडरल स्किल्ड वर्कर 11,669, कैनेडियन एक्सपीरियंस क्लास 5,214, स्किल ट्रेड्स 299, चिल्ड्रन अदर फैमिली क्लास 8,000 ਤੋਂ ਵੱਧ, ਸਪਾਊਸ ਐਂਡ ਪਾਰਟਨਰ 61,073 ਫਾਈਲਾਂ ਦੇ ਉੱਪਰ ਅਜੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਖਾਲੀ ਨੌਕਰੀਆਂ ਦਾ ਆંકੜਾ ਪਹਿਲਾਂ ਦੇ ਮੁਕਾਬਲੇ ਵੱਧ ਹੋਇਆ ਹੈ। ਲਗਾਤਾਰ ਜਿਹੜੀਆਂ ਖਾਲੀ ਨੌਕਰੀਆਂ ਨੇ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 1 ਮਿਲੀਅਨ ਤੋਂ ਵੱਧ ਖਾਲੀ ਨੌਕਰੀਆਂ ਨੇ ਜਿਸ ਦੇ ਉੱਪਰ ਅਜੇ ਵਰਕਰਸ ਨਹੀਂ ਲੱਭ ਰਹੇ। ਕੈਨੇਡਾ ਵਿੱਚ ਖਾਲੀ ਪਈਆਂ ਨੌਕਰੀਆਂ ਦਾ ਆંકੜਾ ਇੱਕ ਵਾਰ ਫਿਰ ਤੋਂ ਰਿਕਾਰਡ ਤੋੜਦਾ ਹੋਇਆ ਦਿਖਾਈ ਦੇ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਜੌਬ ਵੈਕੈਂਸੀ ਰੇਟ ਸਾਲ 2022 ਦੇ ਦੂਸਰੇ ਕੁਆਰਟਰ ਦੌਰਾਨ 5.7% ਦੱਸਿਆ ਜਾ ਰਿਹਾ ਹੈ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਹੁਣ ਤਾਜ਼ਾ ਅੰਕੜੇ ਜਾਰੀ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਸਾਲ 2022 ਦੌਰਾਨ ਪਹਿਲੇ ਕੁਆਰਟਰ ਦੇ ਵਿੱਚ ਓਵਰਆਲ ਵੈਕੈਂਸੀ 4.7% ਦੇ ਉੱਪਰ ਪਹੁੰਚ ਗਈਆਂ ਤੇ ਦੂਸਰੇ ਕੁਆਰਟਰ ਦੇ ਵਿੱਚ ਇਹ ਅੰਕੜਾ 42.3% ਤੋਂ ਵੱਧ ਦੱਸਿਆ ਜਾ ਰਿਹਾ ਹੈ। ਮੌਜੂਦਾ ਸਮੇਂ ਵੱਖ-ਵੱਖ ਸੈਕਟਰਸ ਦੇ ਵਿੱਚ 1 ਮਿਲੀਅਨ ਤੋਂ ਵੱਧ ਨੌਕਰੀਆਂ ਅਜੇ ਖਾਲੀ ਪਈਆਂ ਹਨ, ਜੋ ਕਿ ਲਗਾਤਾਰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਲ 2020 ਦੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿੱਚ ਹੀ ਅਜਿਹਾ ਦੇਖਣ ਨੂੰ ਮਿਲ ਰਿਹਾ ਸੀ। ਕੁਝ ਸੈਕਟਰਸ ਦੇ ਵਿੱਚ ਲਗਾਤਾਰ ਤਨਖਾਹ ਵੀ ਵਧਾਈ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਵਰਕਰ ਮਿਲ ਸਕਣ। ਦੱਸੀਏ ਕਿ 4 ਸੂਬਿਆਂ ਦੇ ਵਿੱਚ ਖਾਲੀ ਨੌਕਰੀਆਂ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ, ਜਿਸ ਵਿੱਚ ਪਹਿਲਾ ਨੰਬਰ ਓਨਟਾਰੀਓ ਦਾ ਆ ਰਿਹਾ ਹੈ, ਜਿੱਥੇ ਇਸ ਸਮੇਂ 37,09,700 ਨੌਕਰੀਆਂ ਖਾਲੀ ਪਈਆਂ ਨੇ। ਨੋਵਾ ਸਕੋਸ਼ੀਆ ਦੇ ਵਿੱਚ ਇਹ ਅੰਕੜਾ 6%, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਐਲਬਰਟਾ ਤੇ ਕਿਊਬਿਕ ਦੇ ਵਿੱਚ 5.6% ਤੇ 2.4% ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਿਊ ਬਰਨਸਵਿਕ ਸੂਬਾ ਅਜਿਹਾ ਹੈ ਜਿੱਥੇ ਖਾਲੀ ਪਈਆਂ ਨੌਕਰੀਆਂ ਦਾ ਅੰਕੜਾ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ, ਪਰ ਦੂਜੇ ਸੂਬਿਆਂ ਦੇ ਵਿੱਚ ਨੌਕਰੀਆਂ ਖਾਲੀ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਦੇ ਵਿੱਚ ਇਸ ਸਮੇਂ 1,36,100 ਨੌਕਰੀਆਂ ਖਾਲੀ ਪਈਆਂ ਹਨ। ਮੈਨੀਟੋਬਾ ਵਿੱਚ ਹੈਲਥ ਕੇਅਰ ਸੈਕਟਰ ਵਾਸਤੇ ਖਾਲੀ ਨੌਕਰੀਆਂ ਦਾ ਅੰਕੜਾ 6.7% ਦਾ ਦੱਸਿਆ ਗਿਆ। ਅਕੋਮੋਡੇਸ਼ਨ ਐਂਡ ਫੂਡ ਸਰਵਿਸ ਦੇ ਵਿੱਚ 1,49,600 ਨੌਕਰੀਆਂ ਖਾਲੀ ਨੇ। ਪ੍ਰੋਫੈਸ਼ਨਲ, ਸਾਇੰਟਿਫਿਕ ਤੇ ਟੈਕਨੀਕਲ ਸੈਕਟਰ ਦੇ ਵਿੱਚ 74,000 ਤੋਂ ਵੱਧ ਨੌਕਰੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਿਛਲੇ ਦਿਨੀ ਕੈਨੇਡੀਅਨ ਟਾਇਰ ਸਟੋਰ ਤੋਂ ਸ਼ੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਹੁਣ ਪੁਲਿਸ ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤੀ ਗਈ। ਜਿਸ ਲੜਕੀ ਦਾ ਇੱਥੇ ਕਤਲ ਕੀਤਾ ਗਿਆ ਉਹ ਪੰਜਾਬੀ ਮੂਲ ਦੀ ਦੱਸੀ ਜਾ ਰਹੀ ਹੈ। ਪਿਛਲੇ ਦਿਨੀ ਸਸਪੈਕਟ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜੋ ਕਿ ਪੰਜਾਬੀ ਮੂਲ ਦਾ ਹੀ ਹੈ। ਪੁਲਿਸ ਵੱਲੋਂ ਅਪਡੇਟ ਦਿੱਤੀ ਗਈ ਕਿ ਪਤੀ ਨੇ ਆਪਣੀ ਪਤਨੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਹੁਣ ਤੱਕ ਦੀ ਡਿਟੇਲ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀ ਕਰਾਂਗੇ। ਮਿਸੀਸਾਗਾ ਤੋਂ ਛੁਰੇਬਾਜ਼ੀ ਦਾ ਜੋ ਮਾਮਲਾ ਸਾਹਮਣੇ ਆਇਆ ਸੀ, ਇਸ ਵਿੱਚ ਪੰਜਾਬੀ ਮੂਲ ਦੀ ਲੜਕੀ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ। ਪਿਛਲੇ ਦਿਨੀ ਪੁਲਿਸ ਵੱਲੋਂ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਸ ਕਤਲ ਦੇ ਮਾਮਲੇ ਸੰਬੰਧੀ ਗ੍ਰਿਫਤਾਰ ਕੀਤਾ ਸੀ ਤੇ ਹੁਣ ਉਹਨਾਂ ਵੱਲੋਂ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਜਿਸ ਲੜਕੀ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਉਹ ਪੰਜਾਬੀ ਮੂਲ ਦੀ ਹੈ। ਪੁਲਿਸ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਲੜਕੀ ਦੇ ਉੱਪਰ ਉਸਦੇ ਪਤੀ ਵੱਲੋਂ ਹੀ ਚਾਕੂ ਮਾਰ ਕੇ ਹਮਲਾ ਕੀਤਾ ਗਿਆ। ਦਰਅਸਲ ਸੋਮਵਾਰ ਵਾਲੇ ਦਿਨ ਮਿਸੀਸਾਗਾ ਦੇ ਇੱਕ ਸਟੋਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਮੂਲ ਦੀ ਲੜਕੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਲੜਕੀ ਦੀ ਪਹਿਚਾਣ 22 ਸਾਲ ਦੀ ਚੰਦਨਪ੍ਰੀਤ ਕੌਰ ਦੇ ਉੱਪਰ ਦੱਸੀ ਗਈ ਹੈ। 19 ਸਤੰਬਰ ਸ਼ਾਮੀ 6 ਵਜੇ ਦੇ ਕਰੀਬ ਪੁਲਿਸ ਨੂੰ ਮਿਸੀਸਾਗਾ ਦੇ ਸਟੋਰ ਤੋਂ ਜਾਣਕਾਰੀ ਮਿਲੀ ਸੀ ਕਿ ਇੱਥੇ ਕੈਨੇਡੀਅਨ ਟਾਇਰ ਸਟੋਰ ਦੇ ਵਿੱਚ ਛੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ। ਜਿਸ ਲੜਕੀ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ, ਭਾਵ ਕਿ ਚੰਦਨਪ੍ਰੀਤ, ਉਸ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਵਾਲੀ ਥਾਂ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਬਾਅਦ ਦੇ ਵਿੱਚ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਕਿ ਪੰਜਾਬੀ ਮੂਲ ਦੇ ਵਿਅਕਤੀ ਨੂੰ ਉਹਨਾਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ, ਜਿਸ ਦਾ ਨਾਮ ਚਰਨਜੀਤ ਸਿੰਘ ਦੇ ਤੌਰ ਦੇ ਉੱਪਰ ਤੇ ਉਮਰ 26 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਵੱਲੋਂ ਚਰਨਜੀਤ ਦੇ ਖਿਲਾਫ ਚਾਰਜਸ ਵੀ ਲਗਾਏ ਗਏ ਤੇ ਜਲਦ ਉਸ ਦੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ।
ਫਿਲਹਾਲ ਪੁਲਿਸ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਕੈਨੇਡਾ ਵਿੱਚ ਸਿਹਤ ਦਾ ਸੰਕਟ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਸਟਾਫ ਦੀ ਕਮੀ ਕਈ ਹਸਪਤਾਲਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿਸ ਬਾਰੇ ਹੁਣ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਸਟਾਫ ਦੀ ਕਮੀ ਨੂੰ ਲੈ ਕੇ ਕਾਫੀ ਗੱਲਾਂ ਸੂਬਿਆਂ ਤੋਂ ਸਾਹਮਣੇ ਆਈਆਂ ਨੇ, ਜੋ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀਆਂ ਕਰਾਂਗੇ। ਕੈਨੇਡਾ ਵਿੱਚ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਵੱਲੋਂ ਦਿੱਤੀ ਗਈ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਹੈਲਥ ਕੇਅਰ ਸਿਸਟਮ ਦਾ ਸੰਕਟ ਕੈਨੇਡਾ ਵਿੱਚ ਡੂੰਘਾ ਹੋ ਰਿਹਾ ਹੈ। ਜੀ ਹਾਂ, ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਨਵੇਂ ਪ੍ਰੈਜ਼ੀਡੈਂਟ ਵੱਲੋਂ ਕਿਹਾ ਗਿਆ ਕਿ ਵਿੱਤੀ ਮਦਦ ਅਤੇ ਡਾਕਟਰਾਂ ਤੇ ਮੈਡੀਕਲ ਪੇਸ਼ੇਵਾਰਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਦੀ ਜੋ ਇਸ ਸਮੇਂ ਅਣਗਹਿਲੀ ਦੇਖਣ ਨੂੰ ਮਿਲ ਰਹੀ ਹੈ, ਉਹ ਪਹਿਲਾਂ ਤੋਂ ਹੀ ਜੂਝ ਰਹੇ ਕੈਨੇਡੀਅਨ ਹੈਲਥ ਕੇਅਰ ਸਿਸਟਮ ਦਾ ਸੰਕਟ ਹੋਰ ਵੀ ਡੂੰਘਾ ਕਰ ਰਹੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਹਾਲ ਹੀ ਵਿੱਚ ਔਟਵਾ, ਦੱਖਣੀ ਪੱਛਮੀ ਓਨਟਾਰੀਓ ਤੇ ਕਿਊਬਿਕ ਦੇ ਕੁਝ ਹਸਪਤਾਲਾਂ ਵਿੱਚ ਐਮਰਜੈਂਸੀ ਰੂਮ ਬੰਦ ਹੋਣ ਅਤੇ ਟੋਰਾਂਟੋ ਤੇ ਮੌਂਟਰੀਅਲ ਵਰਗੇ ਸ਼ਹਿਰਾਂ ਵਿੱਚ ਐਮਰਜੈਂਸੀ ਰੂਮਾਂ ਵਿੱਚ ਇਲਾਜ ਸ਼ੁਰੂ ਹੋਣ ਵਿੱਚ ਜੋ ਬੇਹੱਦ ਦੇਰੀ ਹੋ ਰਹੀ ਹੈ, ਇਸ ਵਰਗੀਆਂ ਸਮੱਸਿਆਵਾਂ ਦਾ ਉਨ੍ਹਾਂ ਵੱਲੋਂ ਜ਼ਿਕਰ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਰੁਝਾਨ ਕੈਨੇਡਾ ਵੱਲੋਂ ਸਹੀ ਸਮੇਂ ਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੇ ਵਾਅਦੇ ਨੂੰ ਤੋੜ ਰਿਹਾ ਹੈ। ਉਹ ਕਹਿੰਦੇ ਨੇ ਕਿ ਅਸੀਂ ਪਿਛਲੇ ਲੰਬੇ ਸਮੇਂ ਵਿੱਚ ਕਹਿ ਰਹੇ ਹਾਂ ਕਿ ਅਸੀਂ ਇਸ ਸੰਕਟ ਦੇ ਢਹਿ ਜਾਣ ਬਾਰੇ ਫਿਕਰਮੰਦ ਹਾਂ। ਕੁਝ ਥਾਵਾਂ ਤੇ ਤਾਂ ਇਹ ਢਹਿਣਾ ਸ਼ੁਰੂ ਵੀ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਆਪਣੀ ਫਿਕਰ ਦਾ ਪ੍ਰਗਟਾਵਾ ਕੀਤਾ ਗਿਆ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਥਾਵਾਂ ਦੇ ਉੱਪਰ ਸਿਹਤ ਦਾ ਇਹ ਸਿਸਟਮ ਠੱਪ ਹੋ ਗਿਆ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਹਾਲ ਵਿੱਚ ਇੱਕ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਸਾਰੇ ਸੂਬੇ ਅਤੇ ਪ੍ਰਦੇਸ਼ਾਂ ਵਿੱਚ ਹੈਲਥ ਕੇਅਰ ਸਿਸਟਮ ਇੱਕੋ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਆਮ ਤੌਰ ਦੇ ਉੱਪਰ ਇੱਥੇ ਸਟਾਫ ਦੀ ਕਮੀ ਦੀ ਗੱਲ ਕੀਤੀ ਗਈ ਹੈ। ਆਬਾਦੀ ਲਗਾਤਾਰ ਵਧ ਰਹੀ ਹੈ, ਪਰ ਸਟਾਫ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਹੁਣ ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਫਿਜ਼ੀਸ਼ੀਅਨ ਲਾਇਸੈਂਸ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਵਾਸਤੇ ਇੱਕ ਸੁਚਾਰੂ ਪ੍ਰੋਸੈਸ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਫੈਡਰਲ ਸਰਕਾਰ ਨੂੰ ਸੂਬਾ ਅਤੇ ਟੈਰੀਟਰੀ ਸਰਕਾਰਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਤੇ ਸਟਾਫ ਦੀ ਜਿਹੜੀ ਕਮੀ ਹੈ, ਉਸ ਸਮੱਸਿਆ ਦਾ ਹੱਲ ਕੱਢਣ ਵਾਸਤੇ ਯੋਜਨਾ ਤਿਆਰ ਕਰਨ ਦੀ ਵੀ ਜ਼ਰੂਰਤ ਹੈ। ਇਸ ਸਮੇਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਕਾਰ ਜੋ ਮੈਚ ਹੋਣ ਵਾਲਾ ਹੈ, ਉਸ ਦੀਆਂ ਟਿਕਟਾਂ ਨੂੰ ਲੈ ਕੇ ਕੁਝ ਲੋਕ ਆਪਸ ਦੇ ਵਿੱਚ ਉਲਝ ਗਏ। ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 20 ਜਾਣੇ ਜ਼ਖਮੀ ਹੋ ਗਏ ਕਿਉਂਕਿ ਇੱਥੇ ਭੱਜ ਦੌੜ ਮਚ ਗਈ ਸੀ। ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉਸ ਵਿੱਚ ਪਤਾ ਚੱਲਿਆ ਹੈ ਕਿ ਟਿਕਟ ਕਾਊਂਟਰ ਦੇ ਉੱਪਰ ਇਹ ਸਾਰਾ ਮਾਮਲਾ ਸਾਹਮਣੇ ਹੈ, ਜਿੱਥੇ 20 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਭਾਰਤ ਤੇ ਆਸਟ੍ਰੇਲੀਆ ਕ੍ਰਿਕਟ ਮੈਚ ਦੀਆਂ ਟਿਕਟਾਂ ਵਾਸਤੇ ਭਗਦੜ ਮਚੀ, ਜਿਸ ਵਿੱਚ 20 ਜਾਣੇ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਦੱਖਣੀ ਭਾਰਤ ਦੇ ਵਿੱਚ ਭਾਰਤ ਆਸਟ੍ਰੇਲੀਆ T20 ਕ੍ਰਿਕਟ ਮੈਚ ਵਾਸਤੇ ਟਿਕਟਾਂ ਵੇਚਣ ਵਾਲੇ ਕਾਊਂਟਰ ਤੇ ਹਜ਼ਾਰਾਂ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਭੀੜ ਹੋਣ ਦੇ ਕਾਰਨ ਇੱਥੇ ਭਗਦੜ ਮਚ ਗਈ। ਇਸ ਦੌਰਾਨ 20 ਜਾਣੇ ਜ਼ਖਮੀ ਹੋ ਗਏ। ਹੈਦਰਾਬਾਦ ਦੇ ਜਿਮਖਾਨਾ ਮੈਦਾਨ ਦੇ ਵਿੱਚ 3 ਕਾਊਂਟਰਾਂ ਤੇ ਮੈਚ ਦੀਆਂ ਟਿਕਟਾਂ ਵੇਚੀਆਂ ਜਾ ਰਹੀਆਂ ਸਨ, ਜਿਸ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਦੇ ਵਿੱਚ ਭਗਦੜ ਮਚੀ ਹੋਈ ਦਿਖਾਈ ਦਿੱਤੀ। ਐਤਵਾਰ ਨੂੰ ਆਯੋਜਿਤ ਹੋਣ ਵਾਲੇ ਮੈਚ ਦੀਆਂ 3000 ਟਿਕਟਾਂ ਵਾਸਤੇ ਕਰੀਬ 30,000 ਲੋਕ ਲਾਈਨਾਂ ਵਿੱਚ ਲੱਗੇ ਦਿਖਾਈ ਦਿੱਤੇ। ਭੀੜ ਤੇ ਕਾਬੂ ਪਾਉਣ ਵਾਸਤੇ ਪੁਲਿਸ ਵੱਲੋਂ ਲਾਠੀਆਂ ਦੀ ਵਰਤੋਂ ਕੀਤੀ ਗਈ। ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਟਨਾ ਦੇ ਨਾਲ ਜਾਣੂ ਕਰਵਾਇਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਘਟਨਾ ਦੇ ਵਿੱਚ 20 ਜਾਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 7 ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸੀਏ ਕਿ ਅਗਲੇ ਮਹੀਨੇ ਆਸਟ੍ਰੇਲੀਆ ਵਿੱਚ T20 ਵਿਸ਼ਵ ਕੱਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੀ ਤਿਆਰੀ ਵਾਸਤੇ ਆਰਗੇਨਾਈਜ਼ਰਸ ਮੈਚਾਂ ਵਿੱਚ ਭਾਰਤ 3 ਮੈਚਾਂ ਦੀ T20 ਸੀਰੀਜ਼ ਵਿੱਚ ਆਸਟ੍ਰੇਲੀਆ ਦੀ ਮੇਜ਼ਬਾਨੀ ਕਰ ਰਿਹਾ ਹੈ। ਐਤਵਾਰ 25 ਸਤੰਬਰ ਨੂੰ ਇਸ ਸੀਰੀਜ਼ ਦਾ ਆਖਰੀ ਮੈਚ ਹੋਣ ਵਾਲਾ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਪੁਲਿਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 20 ਜਾਣੇ ਜ਼ਖਮੀ ਹੋਏ ਨੇ ਤੇ ਪੁਲਿਸ ਵੱਲੋਂ ਸਮੇਂ-ਸਮੇਂ ਤੇ ਇਸ ਦੀ ਅਪਡੇਟ ਦਿੱਤੀ ਜਾ ਰਹੀ ਹੈ। ਹਾਈਵੇ 1 ਦੇ ਉੱਪਰ ਹਾਦਸਾ ਵਾਪਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ। 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੀੜਤਾਂ ਦੇ ਨਾਮ ਪੁਲਿਸ ਵੱਲੋਂ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਹਾਦਸੇ ਦੇ ਵਿੱਚ ਜੋ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ ਹੈ, ਉਸ ਵਿੱਚ ਕੀ ਜ਼ਿਕਰ ਕੀਤਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਵੈਸਟ ਵੈਨਕੂਵਰ ਦੇ ਹਾਈਵੇ 1 ਦੇ ਉੱਪਰ ਹਾਦਸਾ ਵਾਪਰਿਆ, ਜਿਸ ਤੋਂ ਬਾਅਦ 5 ਜਾਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰੋਂਗਵੇ ਹਾਦਸੇ ਦੇ ਬਾਰੇ ਹੁਣ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਹਾਦਸੇ ਦੇ ਵਿੱਚ 5 ਜਾਣੇ ਜ਼ਖਮੀ ਹੋਏ ਹਨ, ਜੋ ਹਸਪਤਾਲ ਵਿੱਚ ਇਸ ਸਮੇਂ ਜੇਰੇ ਇਲਾਜ ਨੇ। ਪੁਲਿਸ ਪੈਰਾਮੈਡਿਕਸ ਦੇ ਦੱਸਣ ਮੁਤਾਬਕ ਮੌਕੇ ਵਾਲੀ ਥਾਂ ਤੇ ਉਹ 11:30 ਦੇ ਕਰੀਬ ਪਹੁੰਚੇ ਨੇ, ਜਿੱਥੇ ਉਹਨਾਂ ਨੂੰ ਕਈ ਵਾਹਨ ਆਪਸ ਵਿੱਚ ਟਕਰਾਉਣ ਦੀ ਜਾਣਕਾਰੀ ਮਿਲੀ। ਹਾਈਵੇ ਤੇ 4 ਵਾਹਨ ਆਪਸ ਵਿੱਚ ਟਕਰਾ ਗਏ।
ਜੋ ਇਸ ਬਾਰੇ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਉਸ ਵਿੱਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ। ਜਿਹੜੇ 4 ਜਾਣੇ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਨੇ, ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹਲਕੀਆਂ ਸੱਟਾਂ ਆਈਆਂ। ਇਸ ਤੋਂ ਇਲਾਵਾ 2 ਜਾਣਿਆਂ ਨੂੰ ਹਸਪਤਾਲ ਵਿੱਚ ਗੰਭੀਰ ਹਾਲਤ ਦੇ ਚਲਦਿਆਂ ਭਰਤੀ ਕਰਵਾਉਣ ਦੀ ਵੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਪੀੜਤਾਂ ਦੇ ਨਾਮ ਅਜੇ ਪੁਲਿਸ ਵਿਭਾਗ ਵੱਲੋਂ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਮਾਮਲੇ ਦੀ ਅਪਡੇਟ ਟਵਿੱਟਰ ਉੱਪਰ ਵੀ ਸਾਂਝੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕਰ ਰਹੇ ਹਨ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਯੂਐਨ ਜਨਰਲ ਅਸੈਂਬਲੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ, ਜਿੱਥੇ ਉਹਨਾਂ ਵੱਲੋਂ ਰੂਸ ਦੇ ਖਿਲਾਫ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਪੁਤਿਨ ਦੇ ਬਾਰੇ ਵੀ ਗੱਲ ਕਰਦੇ ਹੋਏ ਟਰੂਡੋ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਐਨ ਜਨਰਲ ਅਸੈਂਬਲੀ ਵਿੱਚ ਬੋਲੇ ਨੇ, ਜਿੱਥੇ ਉਹਨਾਂ ਵੱਲੋਂ ਰੂਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਗਈ ਤੇ ਵਲਾਦੀਮੀਰ ਪੁਤਿਨ ਦੇ ਬਾਰੇ ਵੀ ਬੋਲਦੇ ਹੋਏ ਪ੍ਰਧਾਨ ਮੰਤਰੀ ਦਿਖਾਈ ਦਿੱਤੇ ਨੇ। ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਕਿਹੜੇ ਵਿਚਾਰ ਸਾਂਝੇ ਕੀਤੇ ਗਏ, ਆਓ ਤੁਹਾਨੂੰ ਸੁਣਾਉਂਦੇ ਹਾਂ। Canada condemns Putin's irresponsible escalation of the war, his partial military mobilization, his nuclear threats, as well as Russia's rushed referendums to try to annex parts of Ukraine are unacceptable. Putin's behavior only goes to show that his invasion is failing. Canada remains steadfast in our support for Ukraine's sovereignty and territorial integrity, and we will continue to be there for Ukrainians as they defend their freedom and our democratic principles. During a moment of global crisis like this, it's important that we support one another. As Ukrainians are putting their lives on the line to free their country, people in some parts of the world don't have enough food to feed themselves and their families. Some are facing the consequences of climate change or are facing preventable, treatable diseases. Others are worried that the energy crisis will leave them in the cold this winter. All around the world, including in Canada, people are facing higher prices for groceries, for housing, and for filling up their cars or trucks. This week, here at the UN, we discussed these challenges during many meetings, including with the leaders of Suriname, Colombia, Chile, Moldova, France, the UN Secretary General Antonio Guterres, and the President of the European Commission, Ursula von der Leyen. ਪਿਛਲੇ ਦਿਨੀ ਇੱਕ ਚੋਰੀਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਘਰ ਵਿੱਚੋਂ ਇੱਕ ਵਿਅਕਤੀ ਤੇ ਔਰਤ ਦੀ ਲਾਸ਼ ਮਿਲੀ ਸੀ। ਇਹਨਾਂ ਦੋਹਾਂ ਦੇ ਉੱਪਰ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਪੁਲਿਸ ਵੱਲੋਂ ਅਪਡੇਟ ਦਿੱਤੀ ਗਈ। ਹੁਣ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੁੱਤ ਦੇ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਲਿਆ। ਇਟੋਬੀਕੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਵਿੱਚ 2 ਜਾਣਿਆਂ ਦੀ ਲਾਸ਼ ਮਿਲੀ ਹੈ। ਪੁਲਿਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਗਈ ਅਤੇ ਬੇਟੇ ਉੱਪਰ ਹੀ ਚਾਰਜਸ ਲਗਾਏ ਗਏ ਹਨ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ 28 ਸਾਲ ਦੇ ਬੇਟੇ ਉੱਪਰ ਚਾਰਜਸ ਲਗਾਏ ਨੇ, ਕਿਉਂਕਿ ਘਰ ਵਿੱਚੋਂ ਉਸਦੇ ਮਾਂ-ਬਾਪ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਅਧਿਕਾਰੀਆਂ ਦੇ ਦੱਸਣ ਮੁਤਾਬਕ 1:40 ਦੇ ਕਰੀਬ ਉਹਨਾਂ ਨੂੰ ਐਲਿੰਗਸਟਨ ਐਵੀਨਿਊਜ਼ ਦੇ ਨੇੜੇ ਬੁਲਾਇਆ ਗਿਆ, ਜਿੱਥੇ ਉਹਨਾਂ ਨੂੰ ਛੁਰੇਬਾਜ਼ੀ ਦੀ ਜਾਣਕਾਰੀ ਮਿਲੀ। ਇਨਵੈਸਟੀਗੇਟਰਸ ਦੇ ਦੱਸਣ ਮੁਤਾਬਕ ਘਰ ਵਿੱਚ ਉਹਨਾਂ ਨੂੰ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਦੀ ਪਹਿਚਾਣ 68 ਸਾਲਾ ਕਾਲਿਨ ਅਤੇ 67 ਸਾਲਾ ਹੈਨਰੀ ਦੇ ਤੌਰ ਤੇ ਉੱਪਰ ਦੱਸੀ ਗਈ ਹੈ। ਮਾਮਲੇ ਨਾਲ ਜੁੜਿਆ ਹੋਇਆ ਸਸਪੈਕਟ ਅਲਫਾ ਹੈਨਰੀ ਦੱਸਿਆ ਜਾ ਰਿਹਾ ਹੈ, ਜੋ ਕਿ ਟੋਰਾਂਟੋ ਦੇ ਨਾਲ ਸੰਬੰਧਿਤ ਹੈ। ਇਸ ਨੂੰ ਪੁਲਿਸ ਵੱਲੋਂ ਹੁਣ ਹਿਰਾਸਤ ਵਿੱਚ ਲਿਆ ਗਿਆ, ਜਿਸ ਉੱਪਰ ਫਰਸਟ ਡਿਗਰੀ ਮਰਡਰ ਚਾਰਜਸ ਲਗਾਏ ਗਏ। ਪੁਲਿਸ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਜਿਹੜੇ ਪੀੜਤ ਨੇ ਇਹ ਉਹਨਾਂ ਦਾ ਹੀ ਬੇਟਾ ਹੈ। ਫਿਲਹਾਲ ਕੋਰਟ ਦੇ ਵਿੱਚ ਇਸ ਦੀ ਜਲਦ ਪੇਸ਼ੀ ਹੋਣ ਵਾਲੀ ਹੈ। ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਕਤਲ ਦੇ ਮਾਮਲੇ ਵਿੱਚ ਇੱਕ ਪੰਜਾਬੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਕਿ ਅਗਸਤ ਮਹੀਨੇ ਤੋਂ ਹੀ ਪੁਲਿਸ ਵੱਲੋਂ ਲੱਭਿਆ ਜਾ ਰਿਹਾ ਸੀ। ਇਸ ਵਾਸਤੇ ਕੈਨੇਡਾ ਵਾਈਡ ਵਾਰੰਟ ਜਾਰੀ ਕੀਤਾ ਗਿਆ ਤੇ ਹੁਣ ਇਸ ਪੰਜਾਬੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਕਤਲ ਦੇ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਹੋਮਿਸਾਈਡ ਇਨਵੈਸਟੀਗੇਟਰਸ ਵੱਲੋਂ ਦੱਸਿਆ ਗਿਆ ਕਿ ਸਰੀ ਨਾਲ ਸੰਬੰਧਿਤ ਮਾਮਲੇ ਵਿੱਚ ਉਨ੍ਹਾਂ ਵੱਲੋਂ ਅਰਜੁਨ ਪੁਰੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਰਜੁਨ ਪੁਰੇਵਾਲ ਦੀ ਭਾਲ ਅਗਸਤ ਮਹੀਨੇ ਤੋਂ ਹੀ ਕੀਤੀ ਜਾ ਰਹੀ ਸੀ, ਜਿਸ ਵਾਸਤੇ ਕੈਨੇਡਾ ਵਾਈਡ ਵਾਰੰਟ ਜਾਰੀ ਕੀਤਾ ਗਿਆ। ਕੋਕੁਇਟਲਮ RCMP ਵੱਲੋਂ ਦੱਸਿਆ ਗਿਆ ਕਿ ਪੁਰੇਵਾਲ ਵੱਲੋਂ ਆਪਣੇ ਐਂਕਲ ਮੋਨੀਟਰ ਨੂੰ ਗੈਰ ਕਾਨੂੰਨੀ ਤਰੀਕੇ ਹਟਾ ਦਿੱਤਾ ਗਿਆ। ਉਸ ਵੇਲੇ ਤੋਂ ਹੀ ਪੁਰੇਵਾਲ ਵਾਸਤੇ ਕੈਨੇਡਾ ਵਾਈਡ ਵਾਰੰਟ ਜਾਰੀ ਕਰ ਦਿੱਤਾ ਗਿਆ। ਪੁਰੇਵਾਲ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ 20 ਸਤੰਬਰ ਦੌਰਾਨ ਹਿਰਾਸਤ ਵਿੱਚ ਲਿਆ ਗਿਆ।
ਰਿਚਮੰਡ ਹੋਮਿਸਾਈਡ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕਾਰਵਾਈ ਕੀਤੀ ਗਈ ਹੈ। ਜਿਹੜੀ ਥਾਂ ਤੇ ਪੁਰੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ, ਅਜੇ ਉਸ ਬਾਰੇ ਬਹੁਤੀ ਜਾਣਕਾਰੀ ਆਰਸੀਐਮਪੀ ਵੱਲੋਂ ਸਾਂਝੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਰੇਵਾਲ ਦੀ ਜਲਦ ਹੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਫਿਲਹਾਲ ਇਸ ਸੰਬੰਧੀ ਪੁਲਿਸ ਵੱਲੋਂ ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਹੈ, ਇਸ ਨਾਲ ਜਾਣੂ ਕਰਵਾਇਆ ਗਿਆ। ਹਫ਼ਤਾਵਾਰੀ ਰਿਪੋਰਟ ਪੇਸ਼ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਸੂਬਿਆਂ ਦੇ ਵਿੱਚ ਹੁਣ ਤੱਕ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਹੈ, ਇਸ ਬਾਰੇ ਹਫ਼ਤਾਵਾਰੀ ਰਿਪੋਰਟ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਘੱਟ ਹੋਏ ਨੇ। ਜੋ ਰਿਪੋਰਟ ਸਾਹਮਣੇ ਆਈ, ਉਸ ਵਿੱਚ ਦੱਸਿਆ ਗਿਆ ਕਿ ਕਿਹੜੇ ਸੂਬੇ ਵਿੱਚ ਹੁਣ ਤੱਕ ਕਿੰਨੇ ਮੌਂਕੀਪੌਕਸ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਕੁਝ ਇਸ ਤਰ੍ਹਾਂ ਹੈ। ਡਿਸਟ੍ਰਿਕਟ ਆਫ ਕੋਲੰਬੀਆ 488, ਨਿਊਯਾਰਕ 3810, ਜਾਰਜੀਆ 1717, ਕੈਲੀਫੋਰਨੀਆ 4753, ਫਲੋਰੀਡਾ 2422, ਮੈਰੀਲੈਂਡ 631, ਇਲੀਨੋਇਸ 1263, ਵਾਸ਼ਿੰਗਟਨ 575, ਟੈਕਸਸ 2179, ਨਿਊ ਜਰਸੀ 668, ਨੇਵਾਡਾ 217, ਰੋਡ ਆਈਲੈਂਡ 70, ਐਰੀਜ਼ੋਨਾ 430, ਪੈਂਸਿਲਵੇਨੀਆ 713, ਮੈਸਾਚੁਸੇਟ 374, पोर्टोरिको 167, वर्जीनिया 440, लुजियाना 234, ऑरिगन 203, कोलोराडो 263, यूटा 150, नॉर्थ कैरोलिना 434, टेनेसी 264, डेलावेयर 35, इंडियाना 218, मिनीसोटा 178, साउथ कैरोलिना 159, मिशिगन 257, मिसिसिपी 70, हायो 257, अलाबामा 105, न्यू हैम्पशायर 28, न्यू मैक्सिको 40, हवाई 27, अरकानसस 56, नेब्रास्का 28, विस्कॉन्सिन 69, केंटुकी 50, ओक्लाहोमा 36, अलास्का 5, नॉर्थ डकोटा 5, वेस्ट वर्जीनिया 11, वेरमोंट 3, मोंटाना 5, कैंसस 9, साउथ डकोटा 2। इन्हां तमाम सूबिਆਂ ਤੋਂ ਹੁਣ ਤੱਕ ਇੰਨੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਪਾਕਿਸਤਾਨ ਵਾਸਤੇ ਰਾਸ਼ਟਰਪਤੀ ਬਾਈਡਨ ਵੱਲੋਂ ਅਪੀਲ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ। ਦੱਸ ਦਈਏ ਕਿ ਪਾਕਿਸਤਾਨ ਅਜੇ ਵੀ ਹੜ੍ਹ ਦੀ ਮਾਰ ਹੇਠ ਹੈ, ਜਿੱਥੇ ਪਾਕਿਸਤਾਨ ਨੂੰ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ। ਪਾਕਿਸਤਾਨ ਇਸ ਸਮੇਂ ਹੜ੍ਹ ਦੀ ਮਾਰ ਚੱਲ ਰਿਹਾ ਹੈ, ਜਿਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਪਾਕਿਸਤਾਨ ਵਾਸਤੇ ਅਪੀਲ ਕੀਤੀ ਗਈ ਹੈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਦੀ ਮਦਦ ਵਾਸਤੇ ਅਪੀਲ ਕੀਤੀ ਹੈ। ਇਹ ਅਪੀਲ ਉਹਨਾਂ ਵੱਲੋਂ ਆਪਣੇ ਕੌਮਾਂਤਰੀ ਭਾਈਚਾਰੇ ਨੂੰ ਕੀਤੀ ਗਈ ਹੈ ਤਾਂ ਕਿ ਪਾਕਿਸਤਾਨ ਦੀ ਮਦਦ ਕੀਤੀ ਜਾ ਸਕੇ। ਇਸ ਦੌਰਾਨ ਬੋਲਦਿਆਂ ਜੋ ਬਾਈਡਨ ਵੱਲੋਂ ਕਿਹਾ ਗਿਆ ਕਿ ਕਲਾਈਮੇਟ ਚੇਂਜ ਦੇ ਮੁੱਦਿਆਂ ਨਾਲ ਇਸ ਸਮੇਂ ਨਜਿੱਠਣ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰੇ ਦੇਸ਼ ਇਸ ਦੀ ਲਪੇਟ ਵਿੱਚ ਹਨ। ਉਹਨਾਂ ਵੱਲੋਂ 77ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹਨਾਂ ਵਿਚਾਰਾਂ ਦੀ ਸਾਂਝ ਪਾਈ ਗਈ, ਜਿੱਥੇ ਉਹਨਾਂ ਨੇ ਕਲਾਈਮੇਟ ਚੇਂਜ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਹੜ੍ਹ ਦੀ ਮਾਰ ਹੇਠ ਕਈ ਹਿੱਸੇ ਆ ਗਏ। 14 ਜੂਨ ਤੋਂ ਹੁਣ ਤੱਕ 1000 ਤੋਂ ਵੱਧ ਮੌਤਾਂ ਹੜ੍ਹ ਦੇ ਕਾਰਨ ਪਾਕਿਸਤਾਨ ਵਿੱਚ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ। ਪਾਕਿਸਤਾਨ ਪਿਛਲੇ 30 ਸਾਲਾਂ ਵਿੱਚ ਸਭ ਤੋਂ ਭੈੜੀ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ 1/3 ਹਿੱਸਾ ਪਾਣੀ ਵਿੱਚ ਹੈ। ਲਗਭਗ 3 ਕਰੋੜ 30 ਲੱਖ ਲੋਕ ਇਸ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦੇ ਘਰ, ਫਸਲਾਂ ਅਤੇ ਹੋਰ ਕਈ ਚੀਜ਼ਾਂ ਨੁਕਸਾਨੀਆਂ ਗਈਆਂ। ਹੜ੍ਹ ਕਾਰਨ ਪਾਕਿਸਤਾਨ ਦਾ $30 ਅਰਬ ਦਾ ਨੁਕਸਾਨ ਹੋ ਚੁੱਕਿਆ ਹੈ। ਅਮਰੀਕਾ, ਕੈਨੇਡਾ ਦੋਹਾਂ ਦੇਸ਼ਾਂ ਵੱਲੋਂ ਹੀ ਪਾਕਿਸਤਾਨ ਵਾਸਤੇ ਮਦਦ ਭੇਜੀ ਜਾ ਰਹੀ ਹੈ ਤੇ ਜੋ ਬਾਈਡਨ ਵੱਲੋਂ ਵੀ ਇੱਕ ਖਾਸ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਘੱਟ ਹੋਇਆ ਫਾਈਲਾਂ ਦਾ ਬੈਕਲੌਗ, ਲੋਕਾਂ ਨੇ ਵੀ ਲਿਆ ਸੁੱਖ ਦਾ ਸਾਹ। ਖਾਲੀ ਨੌਕਰੀਆਂ ਦਾ ਅੰਕੜਾ ਹੋਇਆ ਵੱਧ, 1 ਮਿਲੀਅਨ ਤੋਂ ਵੱਧ ਨੌਕਰੀਆਂ ਪਈਆਂ ਨੇ ਖਾਲੀ। ਪੰਜਾਬੀ ਮੂਲ ਦੀ ਲੜਕੀ ਦਾ ਚਾਕੂ ਮਾਰ ਕੇ ਕਤਲ, ਪਤੀ ਨੇ ਹੀ ਕੀਤਾ ਪਤਨੀ ਤੇ ਵਾਰ। ਕਤਲ ਦੇ ਮਾਮਲੇ ਵਿੱਚ ਪੰਜਾਬੀ ਗ੍ਰਿਫਤਾਰ, ਅਗਸਤ ਮਹੀਨੇ ਤੋਂ ਪੁਲਿਸ ਨੂੰ ਸੀ ਭਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।